सतनाम श्री वाहिगुरु जी। जिन्हां दे संदड़ियां दुरमत वंजै, मित्र असाडड़े सेई। हाँ टूंडेंदी जग सबाया, जन नानक विरले केई। श्री गुर शब्द कमाए जिना, जीते पंच विकार। तिन संतन को बंदना, सिर चरणन पर तार। तिन संतन को बंदना, सिर चरणन पर तार। धन धन सतगुरु श्री गुरु ग्रंथ साहिब महाराज जी की पवित्र हजूरी के अंदर बहुत ही सत्कारयोग महापुरख सचखंड वासी श्रीमान संत बाबा गुलाब सिंह जी की सालाना याद मना रही गुरु रूप साध संगत जी, आप जी बहुत ही सत्कारयोग संत ज्ञानी भगवान सिंह जी हुणा पासों अमृत बाणी की विचार सरवण कर रहे सी। संगत का की असर हुंदा है, महापुरखों ने बहुत विस्तार दे नाल आप जी नूं सरवण करवाया है। सब तो पहला गुरफतेह बुलाओ। वाहिगुरु जी का खालसा, वाहिगुरु जी की फतेह। संत बाबा गुलाब सिंह जी की जीवनी जीवन बहुत लंबेरा है। कुछ समय दे विच महापुरखों का जो जीवन है संखेप दे विच आप संगतां नूं सुणाउण दा यतन करांगा, क्योंकि आप सरबत संगतां जाणदियां हो 11:30 बजे आपां दीवान की समाप्ति करनी है। सो इसलिए जीवन दीयां बहुत सारियां घटनावां जो हैं वो साझियां नहीं हो पाउणगियां। संत बाबा गुलाब सिंह जी का जन्म सरदार दल सिंह रटौल के गृह विखे माता धर्म कौर जी की कुख तो भट्टीवाल कला नगर जो भवानीगढ़ तहसील के नेड़े पैंदा है, उस वक्त रियासत पटियाला सी। इस नगर दे विच एक वैसाख बिक्रमी संमत 1910 नूं ईसवी सन 1853 नूं होया। नाम गुलाब सिंह रखिया। बचपन तो ही महापुरखों का सुभाव बहुत ही निघा, परमात्मा वालों ऐसी तीक्ष्ण बुद्धि मिली कि आप जी बचपन तो ही वाहिगुरु जी के चरणों के विच जुड़े रहिंदे। पट्टीवाल कला नगर के विच हाणियां दे नाल खेडदियां होइयां बचपन बतीत होया और इत्थे ही इस नगर दे विच एक महापुरख रहा करते सन जिन्हां दा नाम सी संत गरीब सिंह जी। मन की गरीबी सी जिन्हां दे कोल महापुरखों ने मुढ़ली विद्या संत गरीब सिंह दे पासों प्राप्त की। बड़ा दयालु सुभाव सी, एक सुचा जीवन पुस्तक दे विच महापुरखों के जीवन का जिक्र है। बचपन विच ही
ਸਿਆਲ ਦੀ ਰੁੱਤ ਜਦੋਂ ਸਵੇਰੇ ਬਾਹਰ ਨਿਕਲੇ ਕੀ ਵੇਖਦੇ ਐ ਕਿ ਇੱਕ ਛੋਟਾ ਜਿਹਾ ਕਤੂਰਾ ਠੰਡ ਦੇ ਨਾਲ ਕੰਬ ਰਿਹਾ ਹੈ ਤੇ ਹਾਣੀਆਂ ਨੂੰ ਨਾਲ ਲੈ ਕੇ ਪਿੰਡ ਦੇ ਵਿੱਚ ਇੱਧਰ ਉੱਧਰ ਪਈਆਂ ਹੋਈਆਂ ਇੱਟਾਂ ਨੂੰ ਚੁੱਕ ਕੇ ਛੋਟੀ ਜਿਹੀ ਕੋਠੜੀ ਤਿਆਰ ਕੀਤੀ। ਪਿੰਡ ਵਿੱਚ 2-3 ਕੋਠੜੀਆਂ ਤਿਆਰ ਕੀਤੀਆਂ ਵੀ ਇਹ ਜਿਹੜੇ ਕੂਕਰ ਠੰਡ ਦੇ ਨਾਲ ਮਰਦੇ ਐ ਠਰਦੇ ਐ, ਇਹਨਾਂ ਦੀ ਠੰਡ ਦੂਰ ਹੋਵੇਗੀ। ਖਾਸ ਕਰਕੇ ਮਾਲਵੇ ਦੀ ਧਰਤੀ ਦੇ ਲੋਕ ਨਾ ਗੀਤਾਂ ਦੇ ਵਿੱਚ ਵੀ ਆਪਣਾ ਬੜਾ ਉਹ ਦਿਲਚਸਪੀ ਰੱਖਦੇ ਸਨ। ਮਿਰਜ਼ਾ ਸਾਹਿਬਾਂ ਦੇ ਗੀਤ ਵੀ ਸੁਣਿਆ ਕਰਦੇ ਸਨ। ਪਿੰਡਾਂ ਵਿੱਚ ਜਲਸੇ ਹੁੰਦੇ ਸਨ। ਜਦੋਂ ਇਹਨਾਂ ਦੇ ਨਗਰ ਵਿੱਚ ਜਲਸਾ ਹੋਇਆ, ਹਾਣੀ ਬੱਚੇ ਕਹਿਣ ਲੱਗੇ ਆਪਾਂ ਵੀ ਚੱਲੀਏ। ਮਹਾਂਪੁਰਖ ਕਹਿੰਦੇ ਨਹੀਂ, ਆਪਾਂ ਉੱਥੇ ਨਹੀਂ ਜਾਣਾ, ਆਓ ਤੁਸੀਂ ਮੇਰੇ ਕੋਲ ਬੈਠੋ, ਮੈਂ ਤੁਹਾਨੂੰ ਕੁਝ ਸੁਣਾਉਂਦਾ ਹਾਂ। ਇੱਕ ਥੜੇ ਤੇ ਬਹਿ ਕੇ ਵਾਹਿਗੁਰੂ ਜੀ ਦੀ ਭਗਤੀ ਦੇ ਬਚਨ ਆਪ ਜੀ ਸੁਣਾਉਣ ਲੱਗ ਪਏ ਤੇ ਕਿਸੇ ਨੇ ਮਾਤਾ ਨੂੰ ਦੱਸਿਆ। ਮਾਤਾ ਧਰਮ ਕੌਰ ਨੂੰ ਜਦੋਂ ਆਈ ਵੇਖਿਆ ਤੇ ਸੁਭਾਵਕ ਬਚਨ ਕਿਹਾ, ਮੇਰਾ ਪੁੱਤਰ ਭਗਤ ਬਣੇਗਾ। ਉਦੋਂ ਤੋਂ ਸਾਰੇ ਮਹਾਂਪੁਰਖਾਂ ਨੂੰ ਭਗਤ ਜੀ ਕਹਿ ਕੇ ਪੁਕਾਰਨ ਲੱਗ ਪਏ। ਸੋ ਬੜਾ ਦਿਆਲੂ ਸੁਭਾਅ ਸੀ। ਸੰਤ ਗਰੀਬ ਸਿੰਘ ਜੀ ਦੇ ਪਾਸੋਂ ਆਪ ਨੇ ਮੁੱਢਲੀ ਵਿੱਦਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਭਾਈ ਉੱਤਮ ਸਿੰਘ ਜੀ ਤੇ ਇਹਨਾਂ ਮਹਾਂਪੁਰਖਾਂ ਨੇ ਸੰਤ ਗਰੀਬ ਸਿੰਘ ਨੂੰ ਬੇਨਤੀ ਕੀਤੀ ਕਿ ਅਸੀਂ ਹੋਰ ਵਿੱਦਿਆ ਪੜ੍ਹਨੀ ਚਾਹੁੰਦੇ ਹਾਂ। ਤਾਂ ਉਸ ਵਕਤ ਪੰਥ ਦੇ ਵਿੱਚ ਬਹੁਤ ਵੱਡੇ ਵਿਦਵਾਨ ਸਨ। ਗਿਆਨੀ ਰਾਮ ਸਿੰਘ ਜੀ ਮਾਣੂਕੇ ਵਾਲੇ, ਆਪ ਦੇ ਨਗਰ ਤੋਂ 4-5 ਕਿਲੋਮੀਟਰ ਦੂਰ ਇਹ ਪਿੰਡ ਹੈ ਨਗਰ, ਇਹ ਨਹਿਰ ਤੋਂ ਪਰਲੇ ਪਾਸੇ। ਬਹੁਤ ਸਤਿਕਾਰਤ ਹਸਤੀ ਸਨ, ਵੱਡੇ ਵਿਦਵਾਨ ਸਨ ਗਿਆਨੀ ਰਾਮ ਸਿੰਘ ਜੀ। ਸੰਤ ਗਰੀਬ ਸਿੰਘ ਨੇ ਗਿਆਨੀ ਰਾਮ ਸਿੰਘ ਜੀ ਦੇ ਕੋਲ ਇੱਥੇ ਮਾਣੂਕੇ ਭੇਜ ਦਿੱਤਾ। 1868 ਈਸਵੀ ਤੋਂ ਲੈ ਕੇ 1873 ਈਸਵੀ ਤੱਕ 5 ਸਾਲ ਸੰਤ ਗੁਲਾਬ ਸਿੰਘ ਜੀ ਗਿਆਨੀ ਰਾਮ ਸਿੰਘ ਜੀ ਦੇ ਕੋਲ ਰਹਿ ਕਰਕੇ ਵਿੱਦਿਆ ਪ੍ਰਾਪਤ ਕਰਦੇ ਰਹੇ। ਇੱਥੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਕਰਿਆ ਕਰਦੇ ਸਨ। ਫਿਰ ਆਪਣੇ ਨਗਰ ਭੱਟੀਵਾਲ ਕਲਾਂ ਚਲੇ ਗਏ। ਇਸੇ ਸਮੇਂ ਦੌਰਾਨ ਮਾਤਾ ਜੀ ਅਕਾਲ ਚਲਾਣਾ ਕਰ ਗਏ। ਦੁਸਹਿਰਾ ਕਰਕੇ ਫਿਰ ਵਾਪਸ ਇੱਥੇ ਮਾਣੂਕੇ ਆਏ। ਵਿੱਦਿਆ ਪੜ੍ਹਨ ਦੀ ਬਹੁਤ ਜ਼ਿਆਦਾ ਤੀਬਰ ਇੱਛਾ ਸੀ। ਗਿਆਨੀ ਰਾਮ ਸਿੰਘ ਜੀ ਨੂੰ ਬੇਨਤੀ ਕੀਤੀ, ਮੈਂ ਹੋਰ ਵੀ ਅੱਗੇ ਗ੍ਰੰਥ ਪੜ੍ਹਨਾ ਚਾਹੁੰਦਾ ਹਾਂ, ਆਪ ਜੀ ਕਿਰਪਾ ਕਰੋ। ਗਿਆਨੀ ਰਾਮ ਸਿੰਘ ਜੀ ਕਹਿੰਦੇ, ਮੈਂ ਢਬਾਲੀ ਨਗਰ ਦੇ ਵਿੱਚ ਬੜੇ ਵੱਡੇ ਵਿਦਵਾਨ ਸੱਜਣ ਰਹਿੰਦੇ ਨੇ, ਗਿਆਨੀ ਅਨੋਖ ਸਿੰਘ ਜੀ, ਸਾਰਾ ਪੰਥ ਉਹਨਾਂ ਦਾ ਬੜਾ ਕਦਰਦਾਨ ਸੀ। ਕਹਿੰਦੇ ਮੈਂ ਚਿੱਠੀ ਲਿਖ ਦਿੰਦਾ ਹਾਂ, ਤੁਸੀਂ ਚਿੱਠੀ ਲੈ ਕੇ ਉਹਨਾਂ ਦੇ ਕੋਲ ਚਲੇ ਜਾਓ, ਉਹ ਤੁਹਾਨੂੰ ਅੱਗੇ ਪੜ੍ਹਾ ਦੇਣਗੇ। ਗਿਆਨੀ ਰਾਮ ਸਿੰਘ ਜੀ ਨੇ ਚਿੱਠੀ ਲਿਖ ਦਿੱਤੀ। ਉਹ ਚਿੱਠੀ ਲੈ ਕਰਕੇ ਬਾਬਾ ਗੁਲਾਬ ਸਿੰਘ ਜੀ ਗਿਆਨੀ ਅਨੋਖ ਸਿੰਘ ਜੀ ਦੇ ਪਾਸ ਪਹੁੰਚੇ। ਗਿਆਨੀ ਅਨੋਖ ਸਿੰਘ ਜੀ ਨੇ ਚਿੱਠੀ ਪੜ੍ਹੀ ਕਿ ਗਿਆਨੀ ਰਾਮ ਸਿੰਘ ਜੀ ਦੀ ਚਿੱਠੀ ਹੈ। ਤਾਂ ਉਹਨਾਂ ਨੇ ਆਪਣੀ ਮੰਡਲੀ ਦੇ ਵਿੱਚ ਮਹਾਂਪੁਰਖਾਂ ਨੂੰ ਸ਼ਾਮਲ ਕਰ ਲਿਆ। ਸਨ 1883 ਤੋਂ ਲੈ ਕੇ ਵਾਹਿਗੁਰੂ 1873 ਤੋਂ ਲੈ ਕੇ 1883 ਤੱਕ ਗਿਆਨੀ ਅਨੋਖ ਸਿੰਘ ਜੀ ਦੇ ਕੋਲ ਰਹਿ ਕਰਕੇ ਆਪ ਜੀ ਵਿੱਦਿਆ ਪੜ੍ਹਦੇ ਰਹੇ। ਜਦੋਂ ਅਸੀਂ ਆਪਣੇ ਸਨਾਤਨ ਪੁਰਾਤਨ ਵਿਦਵਾਨਾਂ ਦੀ ਗੱਲ ਕਰਦੇ ਹਾਂ, ਉਹਨਾਂ ਦੀ ਉਮਰ ਜਿੰਨੀ ਸੀ ਨਾ, ਅੱਧੀ ਤੋਂ ਜ਼ਿਆਦਾ ਉਮਰ ਉਹਨਾਂ ਦੀ ਵਿੱਦਿਆ ਪੜ੍ਹਦਿਆਂ ਬਤੀਤ ਹੋਈ ਹੈ। 10 ਸਾਲ ਗਿਆਨੀ ਅਨੋਖ ਸਿੰਘ ਦੇ ਕੋਲ ਰਹਿ ਕਰਕੇ ਬਹੁਤ ਸਾਰੇ ਗ੍ਰੰਥ ਮਹਾਂਪੁਰਖਾਂ ਨੇ ਪੜ੍ਹੇ। ਵਿਚਾਰ ਚੰਦਰੋਦੈ, ਵਿਚਾਰ ਸਾਗਰ, ਬਿਰਤੀ ਪ੍ਰਭਾਕਰ, ਮੋਕਸ਼ ਪੰਥ, ਪੰਚਦਸੀ, ਇਹਨਾਂ ਸਾਰੇ ਗ੍ਰੰਥਾਂ ਦਾ ਬਹੁਤ ਗਹਿਰਾ ਅਧਿਐਨ ਕੀਤਾ। 10 ਸਾਲ ਗਿਆਨੀ ਅਨੋਖ ਸਿੰਘ ਜੀ ਦੇ ਕੋਲ ਪੜ੍ਹ ਕੇ ਫਿਰ ਮਾਣੂਕੇ ਆਏ। ਸੰਸਕ੍ਰਿਤ ਦੇ ਹੋਰ ਵੇਦ ਸ਼ਾਸਤਰਾਂ ਨੂੰ ਪੜ੍ਹਨ ਦੀ ਰੁਚੀ ਜਾਗੀ। ਤਾਂ ਫਿਰ ਸੰਤ ਗੁਲਾਬ ਸਿੰਘ ਜੀ 1883 ਨੂੰ ਰਿਸ਼ੀਕੇਸ਼ ਚਲੇ ਗਏ।
ਉੱਥੇ ਉਦੋਂ ਬਹੁਤ ਵੱਡੇ ਸੰਸਕ੍ਰਿਤ ਦੇ ਵਿਦਵਾਨ ਪੰਡਿਤ ਗੁਰਮੁਖ ਸਿੰਘ ਜੀ, ਪੰਡਿਤ ਅਦਵੈਤਾਨੰਦ ਜੀ ਇਹ ਹੋਇਆ ਕਰਦੇ ਸਨ। ਅੰਦਾਜ਼ਨ 7 ਸਾਲ ਰਿਸ਼ੀਕੇਸ਼ ਵਿੱਚ ਰਹੇ। ਉੱਥੇ ਵਿਦਿਆ ਪੜ੍ਹੀ ਮਹਾਂਪੁਰਖਾਂ ਨੇ, ਤੇ ਇੱਥੇ ਹੀ ਰਹਿੰਦਿਆਂ ਆਪ ਜੀ ਨੂੰ ਸੰਤ ਕਹਿ ਕੇ ਸਾਰੇ ਹੀ ਪੁਕਾਰਨ ਲੱਗ ਪਏ ਸਨ, ਕਿਉਂਕਿ ਜੀਵਨ ਸੰਤ ਵਰਗਾ ਸੀ। ਕਿਸੇ ਲਿਬਾਸ ਦਾ ਨਾਮ ਸੰਤ ਨਹੀਂ, ਕਮਾਈ ਸੀ, ਬੰਦਗੀ ਕਰਦੇ ਸੀ, ਤੇ ਵਿਦਵਤਾ ਵੀ ਬਹੁਤ ਜ਼ਿਆਦਾ ਸੀ ਮਹਾਂਪੁਰਖਾਂ ਦੇ ਕੋਲ। ਕਈ ਇੱਥੇ ਪਖੰਡੀ ਸਾਧੂ ਰਿਸ਼ੀਕੇਸ਼ ਆ ਜਾਂਦੇ, ਉਹਨਾਂ ਦੇ ਪਖੰਡ ਦਾ ਪਾਜ ਸੰਸਾਰ ਦੇ ਸਾਹਮਣੇ ਰੱਖਦੇ। ਕਥਾ ਕਰਿਆ ਕਰਦੇ ਸਨ ਉੱਥੇ। ਜਦੋਂ ਇੱਕ ਵਾਰ ਆਪ ਹਰਿਦੁਆਰ ਸਨ ਤਾਂ ਕੋਈ ਸਾਧੂ ਵਿਦਵਾਨ ਪੰਡਿਤ ਕਹਿੰਦਾ ਮੈਂ ਬਹਿਸ ਕਰਨੀ ਹੈ। ਦੂਜੇ ਦਿਨ ਜਦੋਂ ਚਰਚਾ ਹੋਈ ਤਾਂ ਉਹਨੇ ਮਹਾਂਪੁਰਖਾਂ ਨੂੰ ਨਮਸਕਾਰ ਕਰ ਦਿੱਤੀ। ਮਹਾਂਪੁਰਖ ਤੁਸੀਂ ਧੰਨ ਹੋ, ਇੰਨੀ ਵਿਦਵਤਾ ਹੈ ਤੁਹਾਡੇ ਵਿੱਚ। ਔਰ ਇੱਥੇ ਹੀ ਕਈਆਂ ਨੇ ਕਿਹਾ ਵੀ ਜੇ ਸੰਤ ਗੁਲਾਬ ਸਿੰਘ ਏਡੇ ਵੱਡੇ ਵਿਦਵਾਨ ਨੇ ਤਾਂ ਇੱਥੇ ਹਰਿਦੁਆਰ ਦੇ ਵਿੱਚ ਜਿੱਥੇ ਬਹੁਤ ਸਾਰੇ ਪਾਂਡੇ ਹਨ, ਇਸ ਸ਼ਬਦ ਦੀ ਕਥਾ ਕਰਨ। ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ, ਓਇਲੇ ਜਾਰੇ ਓਇਲੇ ਗਾਡੇ, ਤੇਰੀ ਗੱਦ ਹੂ ਨਾ ਪਾਈ। ਮਹਾਂਪੁਰਖ ਕਹਿੰਦੇ ਕਿਹੜੀ ਵੱਡੀ ਗੱਲ ਹੈ। ਕਈ ਦਿਨ ਇਸ ਸ਼ਬਦ ਦੀ ਉਹ ਕਥਾ ਕਰਦੇ ਰਹੇ, ਬੁੱਤ ਪੂਜ ਪੂਜ ਹਿੰਦੂ ਮੂਏ। ਇਹਦਾ ਭਾਵ ਕੀ ਹੈ? ਤਾਂ ਸਾਰੇ ਜਿਹੜੇ ਵਿਦਵਾਨ ਸਨ ਉਹ ਸੁਣ ਕੇ ਆਸ਼ਸ਼ ਕਰ ਉੱਠੇ। 1890 ਤੱਕ ਰਿਸ਼ੀਕੇਸ਼ ਰਹਿ ਕੇ ਮਹਾਂਪੁਰਖਾਂ ਨੇ ਵਿਦਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਫਿਰ ਆਪ ਜੀ ਪੰਥ ਦੇ ਵਿੱਚ ਵਿਚਰੇ ਹੈ। ਰਿਸ਼ੀਕੇਸ਼ ਤੋਂ ਝਾਂਸੀ ਚਲੇ ਗਏ। ਉੱਥੇ ਸੰਤ ਕੇਹਰ ਸਿੰਘ ਦੇ ਡੇਰੇ ਵਿੱਚ ਰਹਿ ਕੇ ਆਪ ਜੀ ਸੁਬਾਹ ਸ਼ਾਮ ਕਥਾ ਕਰਿਆ ਕਰਦੇ ਸਨ। ਨੇੜੇ ਹੀ ਉੱਥੇ ਫੌਜ ਦਾ ਕੈਂਪ ਸੀ, ਜਿੱਥੇ ਬਹੁਤ ਸਾਰੇ ਸਿੱਖ ਫੌਜੀ ਸਨ। ਸਵੇਰੇ ਸ਼ਾਮ ਮਹਾਂਪੁਰਖਾਂ ਦੇ ਕੋਲੋਂ ਉਹ ਕਥਾ ਵਿਚਾਰ ਸਰਵਣ ਕਰਿਆ ਕਰਦੇ ਸਨ। ਤੋ ਬਹੁਤ ਸਾਰਾ ਪੂਰਬ ਦਾ ਇਲਾਕਾ ਇੱਧਰ ਯਾਤਰਾ ਕੀਤੀ ਮਹਾਂਪੁਰਖਾਂ ਨੇ। ਥਾਂ ਥਾਂ 'ਤੇ ਨਗਰਾਂ ਨਗਰਾਂ ਵਿੱਚ ਜਾ ਕਰਕੇ ਆਪ ਜੀ ਨੇ ਪ੍ਰਚਾਰ ਕੀਤਾ। ਟਾਟਾ ਨਗਰ, ਕਲਕੱਤੇ ਵੱਲ, ਮਦਰਾਸ ਵੱਲ, ਹੈਦਰਾਬਾਦ ਔਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਰਹਿ ਕਰਕੇ ਵੀ ਆਪ ਜੀ ਗੁਰਬਾਣੀ ਦੀ ਕਥਾ ਕਰਿਆ ਕਰਦੇ ਸਨ। ਇੱਥੇ ਵੱਡੇ ਪੁਜਾਰੀ ਸਤਿਕਾਰਯੋਗ ਗਿਆਨੀ ਮਾਨ ਸਿੰਘ ਜੀ, ਉਹ ਬਹੁਤ ਸੰਤ ਬਾਬਾ ਗੁਲਾਬ ਸਿੰਘ ਜੀ ਦਾ ਸਤਿਕਾਰ ਕਰਿਆ ਕਰਦੇ ਸਨ। ਉਹਨਾਂ ਨੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਰਚਨਾ ਜ਼ਫਰਨਾਮਾ ਸਾਨੂੰ ਪੜ੍ਹਾਓ। ਤਾਂ ਸੰਤ ਗੁਲਾਬ ਸਿੰਘ ਜੀ ਨੇ ਗਿਆਨੀ ਮਾਨ ਸਿੰਘ ਹੁਣਾਂ ਨੂੰ ਅਰਥਾਂ ਸਮੇਤ ਜ਼ਫਰਨਾਮਾ ਪੜ੍ਹਾਇਆ। ਪੰਥ ਵਿੱਚ ਵਿਚਰੇ, ਵਾਪਸ ਮਾਣੂ ਕੇ ਆਏ। ਇੱਥੇ ਫਿਰ ਕੁਝ ਸਮਾਂ ਠਹਿਰੇ। ਔਰ ਜਦੋਂ ਵੀ ਹਰਿਦੁਆਰ, ਉੱਥੇ ਬਹੁਤ ਸਾਰੇ ਸਨਾਤਨ ਮਤ ਵਾਲੇ ਵਿਦਵਾਨ ਜਾਂਦੇ। ਔਰ ਇਸੇ ਤਰ੍ਹਾਂ ਮਹਾਰਾਜਾ ਹੀਰਾ ਸਿੰਘ ਨਾਭਾ ਉਹ ਵੀ ਜਾਂਦੇ। ਤਾਂ ਉੱਥੇ ਹੀ ਮਹਾਰਾਜਾ ਹੀਰਾ ਸਿੰਘ ਨਾਭੇ ਦੇ ਨਾਲ ਮੇਲ ਹੋਇਆ ਤੇ ਉਹਨਾਂ ਨੇ ਬੜੇ ਸਤਿਕਾਰ ਸਹਿਤ ਆਪਣੀ ਰਿਆਸਤ ਵਿੱਚ ਸੱਦਾ ਦਿੱਤਾ, ਸੰਤ ਗੁਲਾਬ ਸਿੰਘ ਜੀ ਤੁਸੀਂ ਜ਼ਰੂਰ ਸਾਡੇ ਕੋਲ ਆਉਣਾ। ਤਾਂ ਮਹਾਂਪੁਰਖਾਂ ਨੇ ਕਿਹਾ ਸਮਾਂ ਮਿਲਿਆ ਤਾਂ ਅਸੀਂ ਜ਼ਰੂਰ ਆਵਾਂਗੇ। ਫਿਰ ਜਦੋਂ ਸਮਾਂ ਮਿਲਿਆ ਜੀਵਨ ਵਿੱਚ ਤਾਂ ਸੰਤ ਗੁਲਾਬ ਸਿੰਘ ਜੀ ਮਹਾਰਾਜਾ ਹੀਰਾ ਸਿੰਘ ਨਾਭਾ ਕੁਝ ਸਮਾਂ ਉਹਨਾਂ ਕੋਲ ਰਹੇ। ਉਹਨਾਂ ਦੀ ਰਿਆਸਤ ਦੇ ਵਿੱਚ ਚਿੱਠੀਆਂ ਵੀ ਮਿਲਦੀਆਂ ਨੇ। ਮਹਾਰਾਜਾ ਹੀਰਾ ਸਿੰਘ ਨਾਭਾ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਚਿੱਠੀਆਂ ਰਾਹੀਂ ਆਪ ਜੀ ਨੂੰ ਪੁੱਛਿਆ ਕਰਦੇ ਸਨ ਤੇ ਸੰਤ ਗੁਲਾਬ ਸਿੰਘ ਜੀ ਫਿਰ ਚਿੱਠੀ ਲਿਖ ਕਰਕੇ ਜਵਾਬ ਦਿਆ ਕਰਦੇ ਸਨ। ਮਹਾਂਪੁਰਖ ਜਦੋਂ ਇਸ ਪਾਸੇ ਵਿਚਰੇ ਨੇ, ਪੱਛਮ ਵਾਲੇ ਪਾਸੇ ਨੂੰ ਗੁਰਦੁਆਰਾ ਨਨਕਾਣਾ ਸਾਹਿਬ, ਪੰਜਾ ਸਾਹਿਬ, ਪਿਸ਼ਾਵਰ, ਮਿੰਟ ਗੁਮਰੀ, ਗੁਜਰਾਤ, ਇਹਨਾਂ ਇਲਾਕਿਆਂ ਦੇ ਵਿੱਚ ਵੀ ਮਹਾਂਪੁਰਖਾਂ ਨੇ ਪ੍ਰਚਾਰ ਕੀਤਾ। ਜਦੋਂ ਆਪ ਜੀ ਰਾਵਲਪਿੰਡੀ ਆਏ, ਰਾਏ ਬਹਾਦਰ ਬੂਟਾ ਸਿੰਘ ਕੋਲ ਕੁਝ ਦਿਨ ਠਹਿਰੇ ਤੇ ਰਾਏ ਬਹਾਦਰ ਬੂਟਾ ਸਿੰਘ ਨੇ ਕਿਹਾ ਵੀ ਮਹਾਂਪੁਰਖੋ ਮੈਂ ਸੇਵਾ ਕਰਨੀ ਚਾਹੁੰਦਾ ਹਾਂ, ਦੱਸੋ ਕੀ ਸੇਵਾ ਕਰਾਂ। ਮਹਾਂਪੁਰਖ ਕਹਿੰਦੇ ਠੀਕ ਹੈ, ਜੇ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਤਾਂ ਪੰਡਿਤ ਤਾਰਾ ਸਿੰਘ ਦੇ ਲਿਖੇ ਹੋਏ ਗ੍ਰੰਥ ਜਿਹੜੇ ਨੇ ਉਹ ਪਏ ਹਨ, ਉਹ ਅਜੇ ਛਪੇ ਨਹੀਂ।
ਮਾਇਆ ਕਰਕੇ ਉਹ ਛਪ ਨਹੀਂ ਸਕੇ, ਤੇ ਤੁਸੀਂ ਇਹ ਸੇਵਾ ਕਰੋ, ਇਹ ਗ੍ਰੰਥ ਛਪਵਾ ਦੇਵੋ। ਤਾਂ ਫਿਰ ਉਦੋਂ ਪੰਡਿਤ ਸਾਧੂ ਸਿੰਘ ਜੀ ਗ੍ਰੰਥ ਲੈ ਕੇ ਆਏ ਸੀ। 1898 ਈਸਵੀ ਦੇ ਵਿੱਚ ਲਾਹੌਰ ਐਂਗਲੋ ਪ੍ਰੈਸ ਦੇ ਵਿੱਚ ਇਹ ਗ੍ਰੰਥ ਛਪੇ। ਗੁਰਮਤਿ ਸਾਗਰ ਨਿਰਣੈ, ਉਥਾਨਕਾ ਕੋਸ਼ ਤੇ ਭਗਤ ਬਾਣੀ ਸਟੀਕ ਪੰਡਿਤ ਤਾਰਾ ਸਿੰਘ ਦੇ। ਇਹ 1858 ਨੂੰ ਲਾਹੌਰ ਐਂਗਲੋ ਪ੍ਰੈਸ ਦੇ ਵਿੱਚ ਮਹਾਂਪੁਰਖਾਂ ਦੇ ਉਦਮ ਦਾ ਸਦਕਾ ਛਾਪੇ ਗਏ। ਤਾਂ ਮਹਾਂਪੁਰਖਾਂ ਨੇ ਬਹੁਤ ਹੀ ਗੁਰਮਤਿ ਦਾ ਪ੍ਰਚਾਰ ਕੀਤਾ। ਪੰਥ ਦੇ ਵਿੱਚ ਵਿਚਰ ਕੇ ਮਾਣੂਕੇ ਤੋਂ ਸੱਦਾ ਆਇਆ, ਆਪ ਜੀ ਇੱਥੇ ਆ ਜਾਓ, ਕਿਉਂਕਿ ਗਿਆਨੀ ਰਾਮ ਸਿੰਘ ਜੀ ਅਕਾਲ ਚਲਾਣਾ ਕਰ ਗਏ ਸਨ। ਕਾਰਜਕਾਰੀ ਮਹੰਤ ਥਾਪਿਆ ਗਿਆ, ਪਰ ਆਪ ਜੀ ਨਹੀਂ ਸੀ ਚਾਹੁੰਦੇ ਵੀ ਅਸੀਂ ਇੱਥੇ ਮਹੰਤੀ ਕਰੀਏ। ਬਰਮਾ ਵੀ ਗਏ ਮਹਾਂਪੁਰਖ ਪ੍ਰਚਾਰ ਕਰਨ ਵਾਸਤੇ। ਉੱਥੇ ਵੀ ਬਹੁਤ ਸਾਰੀਆਂ ਸਿੱਖ ਸੰਗਤਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਤੇ ਜਿਸ ਸਥਾਨ ਤੇ ਆਪਾਂ ਬੈਠੇ ਹਾਂ, ਜਿਹੜਾ ਉਹ ਪਰਲੇ ਪਾਸੇ ਦਰਬਾਰ ਹੈ ਸਾਧ ਸੰਗਤ ਪੁਰਾਣਾ, ਇਸ ਅਸਥਾਨ ਤੇ ਇੱਕ ਗੁਰਮੁਖ ਰਿਹਾ ਕਰਦੇ ਸਨ ਸੰਤ ਗੁਰਦਿੱਤ ਸਿੰਘ ਜੀ। ਸੰਤ ਗੁਲਾਬ ਸਿੰਘ ਮਾਣੂਕੇ ਤੋਂ ਆ ਕੇ ਇੱਥੇ ਸੰਤ ਗੁਰਦਿੱਤ ਸਿੰਘ ਨੂੰ ਮਿਲੇ, ਉਹਨਾਂ ਦੇ ਕੋਲ ਰਹੇ। ਉਹ ਇੱਥੇ ਛੱਪੜ ਦੇ ਕੰਢੇ ਇੱਕ ਝੌਂਪੜੀ ਪਾ ਕੇ ਰਿਹਾ ਕਰਦੇ ਸਨ। ਉਦੋਂ ਇਸ ਘੋਲੀਆ ਖੁਰਦ ਨਗਰ ਦੇ ਵਿੱਚ ਕੋਈ ਵੀ ਗੁਰਦੁਆਰਾ ਨਹੀਂ ਸੀ, ਇੱਕ ਵੀ ਗੁਰੂ ਘਰ ਨਹੀਂ ਸੀ। ਈਸਵੀ ਸਨ 1907 ਦੇ ਵਿੱਚ ਮਹਾਂਪੁਰਖਾਂ ਨੇ ਇਸ ਗੁਰਦੁਆਰਾ ਸਾਹਿਬ ਗੁਰਦੁਆਰਾ ਆਨੰਦ ਭਵਨ ਦੀ ਨੀਂਹ ਰੱਖੀ। ਤੇ ਇਮਾਰਤ ਬਹੁਤ ਹੀ ਸੋਹਣੀ, ਜੋ ਪੁਰਾਣਾ ਦਰਬਾਰ ਅਸੀਂ ਦਰਸ਼ਨ ਕਰਦੇ ਆਏ, ਮਹਾਂਪੁਰਖਾਂ ਨੇ ਬਣਾਈ। ਭਾਵੇਂ ਹੁਣ ਇਹ ਇਮਾਰਤ ਦੁਬਾਰਾ ਬਣੀ ਹੈ, ਪਰ ਹੂਬਹੂ ਉਸੇ ਤਰ੍ਹਾਂ ਬਿਲਕੁਲ ਉਹੀ ਡਿਜ਼ਾਈਨ ਰੱਖਿਆ ਹੈ, ਕੋਈ ਉਹਦੇ ਵਿੱਚ ਫਰਕ ਨਹੀਂ ਪਾਇਆ ਗਿਆ। 1907 ਦੇ ਵਿੱਚ ਇਹ ਗੁਰਦੁਆਰਾ ਸਾਹਿਬ ਮਹਾਂਪੁਰਖਾਂ ਨੇ ਉਸਾਰਿਆ ਤੇ ਇਹਨੂੰ ਵਿਦਿਆ ਦਾ ਕੇਂਦਰ ਬਣਾਇਆ। ਸੰਤ ਗੁਲਾਬ ਸਿੰਘ ਜੀ ਦੇ ਕੋਲ ਰਹਿ ਕਰਕੇ ਬਹੁਤ ਸਾਰੇ ਵਿਦਿਆਰਥੀ ਬ੍ਰਹਮ ਵਿਦਿਆ ਪ੍ਰਾਪਤ ਕਰਿਆ ਕਰਦੇ ਸਨ। ਸਮਾਂ ਆਪਣੀ ਚਾਲ ਦੇ ਨਾਲ ਅੱਗੇ ਵਧਿਆ। ਅਕਾਲੀ ਲਹਿਰ ਜ਼ੋਰ ਫੜ ਗਈ ਉਸ ਵੇਲੇ। ਆਪ ਸਭ ਜਾਣਦੇ ਹੋ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਬਹੁਤ ਸਾਰੇ ਮੋਰਚੇ ਲੱਗੇ। ਤਾਂ ਅਕਾਲੀ ਲਹਿਰ ਦੇ ਵਿੱਚ ਸੰਤ ਗੁਲਾਬ ਸਿੰਘ ਜੀ ਨੇ ਬਹੁਤ ਯੋਗਦਾਨ ਪਾਇਆ। ਉਸ ਵੇਲੇ ਦੇ ਮਹਾਂਪੁਰਖ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਸੰਤ ਗੁਲਾਬ ਸਿੰਘ ਜੀ ਦਾ ਬਹੁਤ ਪਿਆਰ ਸੀ। ਸੰਤ ਮਗਰ ਸਿੰਘ ਜੀ ਰਾਮਗੜ੍ਹ ਵਾਲੇ, ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ, ਨਾਨਕਸਰ ਕਲੇਰਾਂ ਵਾਲੇ ਮਹਾਂਪੁਰਖ, ਇਹ ਸਮਕਾਲੀ ਮਹਾਂਪੁਰਖ ਨੇ। ਸਾਰਿਆਂ ਦਾ ਆਪਸ ਵਿੱਚ ਬਹੁਤ ਜ਼ਿਆਦਾ ਪ੍ਰੇਮ ਪਿਆਰ ਸੀ। ਤੇ ਜਿਸ ਦਿਨ ਸੰਤ ਸੁੰਦਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਸੰਗਤ ਦੇ ਵਿੱਚ ਬਚਨ ਕੀਤਾ ਸੀ ਕਿ ਸੰਗਤ ਜੀ, ਸਾਡੇ ਕੋਲ ਜੋ ਵੀ ਗੁਰਬਾਣੀ ਦਾ ਖਜ਼ਾਨਾ ਹੈ, ਅਸੀਂ ਉਹ ਸਾਰਾ ਭਾਈ ਗੁਰਬਚਨ ਸਿੰਘ ਹੁਣਾਂ ਨੂੰ ਦੇ ਦਿੱਤਾ ਹੈ। ਇਹ ਅੱਗੇ ਪ੍ਰਚਾਰ ਕਰਨਗੇ, ਵਿਦਿਆ ਪੜ੍ਹਾਉਣਗੇ ਵਿਦਿਆਰਥੀਆਂ ਨੂੰ, ਸਾਰੀ ਜ਼ਿੰਮੇਵਾਰੀ ਅਸੀਂ ਇਹਨਾਂ ਨੂੰ ਦਿੱਤੀ ਹੈ। ਉਦਣ ਸੰਤ ਗੁਲਾਬ ਸਿੰਘ ਜੀ ਵੀ ਉੱਥੇ ਸੰਗਤ ਦੇ ਵਿੱਚ ਦੀਵਾਨ ਦੇ ਵਿੱਚ ਸੁਸ਼ੋਭਿਤ ਸਨ। ਗਿਆਨੀ ਪ੍ਰੀਤਮ ਸਿੰਘ ਜੀ ਲਿਖਾਰੀ, ਉਹਨਾਂ ਦੀਆਂ ਲਿਖੀਆਂ ਗਿਆਨ ਕਿਰਨਾਂ ਦੇ ਵਿੱਚ ਇਸ ਦਾ ਖਾਸ ਜ਼ਿਕਰ ਹੈ ਸੰਤ ਗੁਲਾਬ ਸਿੰਘ ਜੀ ਦਾ। ਔਰ ਇਸੇ ਤਰ੍ਹਾਂ ਮਹਾਂਪੁਰਖਾਂ ਨੇ ਫਿਰ ਜਦੋਂ ਅਸੀਂ ਪੰਥਕ ਸੇਵਾਵਾਂ ਵੇਖਦੇ ਹਾਂ, ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ। ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਦੋਂ ਉਹ ਅਖੀਰਲੇ ਸਮੇਂ ਵਿੱਚ ਸਰੀਰਕ ਕਸ਼ਟ ਦੇ ਵਿੱਚ ਸਨ, ਗਿਆਨੀ ਸ਼ੇਰ ਸਿੰਘ ਹੁਣਾਂ ਦੀ PhD ਜੋ ਹਨ ਲੰਡਨ ਤੋਂ, ਉਹਨਾਂ ਦੀ ਪੁਸਤਕ ਲਿਖੀ ਹੈ ਅੰਮ੍ਰਿਤ ਜੀਵਨ ਸੰਤ ਸੁੰਦਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ। ਉਹਦੇ ਵਿੱਚ ਜ਼ਿਕਰ ਕਰਦੇ ਹੈ ਕਿ ਜਦੋਂ ਸੰਤ ਸੁੰਦਰ ਸਿੰਘ ਖਾਲਸਾ ਭਿੰਡਰਾਂ ਵਾਲੇ ਲੁਧਿਆਣੇ ਹਸਪੀਟਲ ਵਿੱਚ ਸਨ, ਇਲਾਜ ਹੋ ਰਿਹਾ ਸੀ ਉਹਨਾਂ ਦਾ, ਕਿਉਂਕਿ ਪੇਟ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਭਰ ਚੁੱਕਿਆ ਸੀ। ਡਾਕਟਰਾਂ ਨੇ ਕਿਹਾ ਸੀ ਇਹ ਮੋਟੀਆਂ ਸਰਿੰਜਾਂ ਦੇ ਨਾਲ, ਮੋਟੇ ਸੂਈਆਂ ਦੇ ਨਾਲ ਨਾਲੀਆਂ ਲਾ ਕੇ ਪਾਣੀ ਕੱਢਣਾ ਪਵੇਗਾ। ਤਾਂ ਪਹਿਲਾਂ ਤਾਂ 1-2 ਵਾਰ ਉਹਨਾਂ ਨੇ ਇੰਜੈਕਸ਼ਨ ਲਾਏ, ਮਾਸ ਸੁੰਨ ਕੀਤਾ। ਤਾਂ ਮਹਾਂਪੁਰਖ ਆਪਣੀ ਮੌਜ ਦੇ ਵਿੱਚ ਰਹੇ। ਸਿੰਘਾਂ ਨੂੰ ਕਿਹਾ ਵੀ
ਜੋ ਅਕਾਲ ਪੁਰਖ ਦਾ ਹੁਕਮ ਹੈ। ਚਲੋ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਮਨਾਂ ਨੂੰ ਸੱਟ ਨਾ ਵੱਜੇ, ਮੈਂ ਚਲੇ ਜਾਣਾ ਇਲਾਜ ਕਰਾਉਣ। ਜਦੋਂ ਸੰਤ ਗੁਲਾਬ ਸਿੰਘ ਜੀ ਨੂੰ ਘੋਲੀਏ ਵਾਲੇ ਇਹਨਾਂ ਮਹਾਂਪੁਰਖਾਂ ਨੂੰ ਪਤਾ ਲੱਗਾ ਤਾਂ ਸੰਤ ਗੁਲਾਬ ਸਿੰਘ ਜੀ ਵਿਸ਼ੇਸ਼ ਕਰਕੇ ਮਹਾਂਪੁਰਖਾਂ ਦਾ ਪਤਾ ਲੈਣ ਵਾਸਤੇ, ਮਿਲਣ ਵਾਸਤੇ ਗਏ। ਸੁਭਾਵਕ ਹੱਸ-ਹੱਸ ਮਹਾਂਪੁਰਖ ਗੱਲਾਂ ਕਰਦੇ ਰਹੇ। ਸੰਤ ਗੁਲਾਬ ਸਿੰਘ ਜੀ ਕੋਲ ਬੈਠੇ ਸੀ। ਡਾਕਟਰਾਂ ਦੀ ਟੀਮ ਆਈ, ਕਹਿੰਦੇ ਅੱਜ ਤੁਹਾਡੇ ਪੇਟ ਦੇ ਵਿੱਚੋਂ ਅਸੀਂ ਪਾਣੀ ਕੱਢਣਾ ਹੈ। ਤਾਂ ਸੰਤ ਸੁੰਦਰ ਸਿੰਘ ਜੀ ਕਹਿੰਦੇ ਅੱਜ ਕੋਈ ਇੰਜੈਕਸ਼ਨ ਨਹੀਂ ਲਾਉਣਾ, ਮਾਸ ਸੁੰਨ ਨਹੀਂ ਕਰਨਾ। ਡਾਕਟਰ ਕਹਿੰਦੇ ਜੀ ਨਹੀਂ, ਇਹ ਤਾਂ ਬਹੁਤ ਔਖਾ ਹੈ, ਅੱਜ ਤੱਕ ਕੋਈ ਨਹੀਂ ਇਸ ਤਰ੍ਹਾਂ ਕਰਦਾ, ਤੁਹਾਨੂੰ ਇੰਜੈਕਸ਼ਨ ਲਗਾਉਣਾ ਪਵੇਗਾ। ਮਹਾਂਪੁਰਖ ਕਹਿੰਦੇ ਸਾਡੇ ਬਚਨ ਮੰਨੋ। ਸੰਤ ਗੁਲਾਬ ਸਿੰਘ ਜੀ ਕੋਲ ਬੈਠੇ ਸਨ। ਮੋਟਾ ਤਿੱਖਾ ਸੂਆ ਸੀ ਜੋ ਮਹਾਂਪੁਰਖਾਂ ਨੂੰ ਚੁਬੋ ਕਰਕੇ ਪੇਟ ਦੇ ਵਿੱਚੋਂ ਪਾਣੀ ਕੱਢੀ ਗਏ। ਤੇ ਸੰਤ ਸੁੰਦਰ ਸਿੰਘ ਖਾਲਸਾ ਪਿੰਡਰਾਂ ਵਾਲੇ ਮੁਸਕਰਾਉਂਦਿਆਂ ਹੋਇਆਂ ਸੰਤ ਗੁਲਾਬ ਸਿੰਘ ਜੀ ਦੇ ਨਾਲ ਬ੍ਰਹਮ ਚਰਚਾ ਕਰਦੇ ਰਹੇ। ਤੇ ਸੰਤ ਗੁਲਾਬ ਸਿੰਘ ਜੀ ਵੀ ਕਹਿੰਦੇ ਧੰਨ ਹੋ ਸੰਤ ਸੁੰਦਰ ਸਿੰਘ ਜੀ ਖਾਲਸਾ ਆਪ ਜੀ, ਜੋ ਆਪ ਜੀ ਇੰਨੇ ਕਸ਼ਟ ਦੇ ਵਿੱਚ ਵੀ ਖਿੜੇ ਹੋਏ ਹੋ। ਉਹ ਮਹਾਂਪੁਰਖ ਸਰੀਰ ਤੋਂ ਉੱਪਰ ਸਨ, ਅੰਤःਕਰਨ ਉਹਨਾਂ ਦਾ ਸਦਾ ਹੀ ਪ੍ਰਸੰਨ ਸੀ। ਤਾਂ ਬੜਾ ਪਿਆਰ ਸੀ ਇਹਨਾਂ ਸਾਰੇ ਮਹਾਂਪੁਰਖਾਂ ਦਾ ਆਪਸ ਵਿੱਚ। ਮੋਰਚੇ ਲੱਗੇ, ਚਾਬੀਆਂ ਦਾ ਮੋਰਚਾ ਲੱਗਾ, ਉਹਦੇ ਵਿੱਚ ਵੀ ਸੰਤ ਗੁਲਾਬ ਸਿੰਘ ਨੇ ਵੱਡਾ ਯੋਗਦਾਨ ਪਾਇਆ। ਉਦੋਂ ਅੰਗਰੇਜ਼ੀ ਸਰਕਾਰ ਇੱਕ ਸਰਬਰਾਹ ਨਿਯਤ ਕਰਦੀ ਸੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨੀ ਡਿਊੜੇ ਤੇ ਤੋਸ਼ੇਖਾਨੇ ਦੀਆਂ ਜਿਹੜੀਆਂ ਚਾਬੀਆਂ ਸੀ ਉਹ ਸਰਬਰਾਹ ਦੇ ਕੋਲ ਪਹੁੰਚਦੀਆਂ ਸੀ। ਫਿਰ ਉਹਨਾਂ ਕਾਨੂੰਨ ਬਣਾ ਦਿੱਤਾ, ਉਹ ਅੰਮ੍ਰਿਤਸਰ ਦੇ ਡੀਸੀ ਕੋਲ ਚਲੀਆਂ ਗਈਆਂ। ਤਾਂ ਪੰਥ ਨੇ ਮੋਰਚਾ ਲਾਇਆ ਵੀ ਤੁਸੀਂ ਕੌਣ ਹੁੰਦੇ ਹੋ ਚਾਬੀਆਂ ਲੈਣ ਵਾਲੇ। ਉਦੋਂ ਸੰਤ ਗੁਲਾਬ ਸਿੰਘ ਨੇ ਵੱਡਾ ਯੋਗਦਾਨ ਪਾਇਆ। ਗੁਰੂ ਕੇ ਬਾਗ ਦਾ ਮੋਰਚਾ ਲੱਗਾ, ਉਦੋਂ ਵੀ ਆਪ ਜੀ ਜਥਿਆਂ ਦੀ ਅਗਵਾਈ ਕਰਦੇ ਰਹੇ। ਔਰ ਇਸੇ ਤਰ੍ਹਾਂ ਜਦੋਂ ਜੈਤੋ ਦਾ ਮੋਰਚਾ ਲੱਗਾ, ਉਦੋਂ ਵੀ ਸੰਤ ਸੁੰਦਰ ਸਿੰਘ ਖਾਲਸਾ ਪਿੰਡਰਾਂ ਵਾਲੇ ਤੇ ਸੰਤ ਗੁਲਾਬ ਸਿੰਘ ਜੀ ਇਕੱਠੇ ਸਟੇਜਾਂ ਦੇ ਉੱਤੇ ਤਕਰੀਰਾਂ ਕਰਿਆ ਕਰਦੇ ਸਨ। ਆਪ ਦੇ ਇੱਥੇ ਨਗਰ ਹੈ ਨੇੜੇ ਕਾਲੇ ਕੇ, ਇੱਥੇ ਸੰਤ ਸੁੰਦਰ ਸਿੰਘ ਜੀ ਤੇ ਸੰਤ ਗੁਲਾਬ ਸਿੰਘ ਹੁਣਾਂ ਨੇ ਇੱਕੇ ਸਟੇਜ ਦੇ ਉੱਤੇ ਤਕਰੀਰਾਂ ਕੀਤੀਆਂ। ਨੌਜਵਾਨਾਂ ਦੇ ਵਿੱਚ ਜੋਸ਼ ਭਰਿਆ, ਜਥੇ ਤਿਆਰ ਹੋਏ, ਅਗਵਾਈ ਕੀਤੀ। ਸੰਤ ਗੁਲਾਬ ਸਿੰਘ ਜੀ ਦੇ ਸਰਕਾਰ ਵੱਲੋਂ ਗ੍ਰਿਫਤਾਰੀ ਵਾਰੰਟ ਜਾਰੀ ਹੋਏ, ਪਰ ਸੰਗਤਾਂ ਦਾ ਇਕੱਠ ਇੰਨਾ ਜ਼ਿਆਦਾ ਸੀ, ਰੋਹ ਇੰਨਾ ਸੀ ਸੰਗਤਾਂ ਦਾ, ਪੁਲਿਸ ਨੇ ਸੰਤਾਂ ਨੂੰ ਹੱਥ ਨਹੀਂ ਪਾਇਆ। ਤੋਂ ਵੱਡੀਆਂ ਸੇਵਾਵਾਂ ਪੰਥ ਦੇ ਵਿੱਚ ਸੰਤ ਬਾਬਾ ਗੁਲਾਬ ਸਿੰਘ ਜੀ ਨੇ ਨਿਭਾਈਆਂ ਹਨ। ਸਨ 1923 ਦੀ ਜਦੋਂ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਹੁੰਦੀ ਹੈ, ਜਿਹਦੇ ਵਿੱਚ ਸੰਤ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ, ਹੋਰ ਬੇਅੰਤ ਮਹਾਂਪੁਰਖ ਸੇਵਾਵਾਂ ਨਿਭਾਉਂਦੇ ਹੈ। 1923 ਦੀ ਕਾਰ ਸੇਵਾ ਦੇ ਵਿੱਚ ਪੰਥ ਨੇ ਸੇਵਾ ਦਾ ਟੱਕ ਲਾਉਣ ਵਾਸਤੇ ਜਿਹੜੇ 5 ਪਿਆਰੇ ਚੁਣੇ। ਤੁਸੀਂ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਦੀ ਲਿਖੀ ਹੋਈ ਪੁਸਤਕ ਸੁਨਹਿਰੀ ਇਤਿਹਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਹ ਪੁਸਤਕ ਪੜ੍ਹਿਓ। ਗਿਆਨੀ ਕਿਰਪਾਲ ਸਿੰਘ ਹੁਣਾਂ ਨੇ ਵਿਸ਼ੇਸ਼ ਜ਼ਿਕਰ ਕੀਤਾ ਹੈ। ਉਹ 5 ਮਹਾਂਪੁਰਖ 5 ਪਿਆਰਿਆਂ ਦੇ ਵਿੱਚ ਸੰਤ ਗੁਲਾਬ ਸਿੰਘ ਜੀ ਨੂੰ ਪੰਥ ਨੇ ਸ਼ਾਮਲ ਕੀਤਾ ਸੀ। ਇੱਥੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿੰਨਾ ਵੱਡਾ ਸਤਿਕਾਰ ਸੀ ਮਹਾਂਪੁਰਖਾਂ ਦਾ ਸਮੁੱਚੇ ਹੀ ਪੰਥ ਦੇ ਵਿੱਚ। ਖਾਲਸਾ ਪੰਥ ਦੀ ਜਿਹੜੀ ਧਾਰਮਿਕ ਸਲਾਹਕਾਰ ਕਮੇਟੀ ਸੀ, ਉਹਦੇ ਵੀ ਸੰਤ ਗੁਲਾਬ ਸਿੰਘ ਜੀ ਮੈਂਬਰ ਰਹੇ ਹੈ। ਲਗਾਤਾਰ ਕਈ ਸਾਲ ਬਿਨਾਂ ਚੋਣਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪ ਜੀ ਮੈਂਬਰ ਰਹੇ ਹੈ। ਔਰ ਜਿਸ ਵੇਲੇ ਰਹਿਤ ਮਰਿਆਦਾ ਦਾ ਖਰੜਾ ਤਿਆਰ ਹੁੰਦਾ ਹੈ, ਤੁਸੀਂ ਸ਼ੁਰੂ ਵਿੱਚ ਜਦੋਂ ਪੜ੍ਹੋਗੇ ਜਿਨ੍ਹਾਂ ਸੱਜਣਾ ਨੇ ਰਾਇਆਂ ਭੇਜੀਆਂ ਸਨ ਆਪੋ ਆਪਣੀਆਂ, ਤਾਂ ਸੰਤ ਗੁਲਾਬ ਸਿੰਘ ਜੀ ਦਾ ਉੱਥੇ ਵਿਸ਼ੇਸ਼ ਜ਼ਿਕਰ ਹੈ। ਨਾ ਵੀ ਸੰਤ ਗੁਲਾਬ ਸਿੰਘ ਘੋਲੀਏ ਵਾਲੇ, ਉਹਨਾਂ ਨੇ ਰਾਇਆਂ ਭੇਜੀਆਂ ਸਨ। ਤਾਂ ਬੜੇ ਵੱਡੇ ਵਿਦਵਾਨ ਸੱਜਣ ਸਤਿਕਾਰਤ ਹਸਤੀ ਹਨ ਸੰਤ ਬਾਬਾ ਗੁਲਾਬ ਸਿੰਘ ਜੀ, ਜਿਨ੍ਹਾਂ ਦੀ ਯਾਦ ਦੇ ਵਿੱਚ ਆਪਾਂ ਸਾਰੇ ਹੀ ਬੈਠੇ ਹੋਏ ਹਾਂ। ਮੋਗੇ ਜੋ ਸ਼ਹਿਰ ਦੇ ਵਿੱਚ ਚੌਂਕ ਤੋਂ ਜਦੋਂ ਆਪਾਂ ਇੱਧਰ ਨੂੰ ਆਉਂਦੇ ਹਾਂ, ਜਿੱਥੇ ਬੀਬੀ ਕਾਹਨ ਕੌਰ ਵਾਲਾ ਗੁਰਦੁਆਰਾ ਹੈ, ਉਹ ਤੋਂ ਨੇੜੇ ਦੂਜੇ ਪਾਸੇ ਉੱਥੇ ਵੀ ਗੁਰਦੁਆਰਾ ਆਨੰਦ ਭਵਨ ਹੈ। ਸਨ 1921 ਨੂੰ ਬਹੁਤ ਜ਼ਿਆਦਾ ਲੋੜ ਸੀ
ਵੀ ਉੱਥੇ ਗੁਰਦੁਆਰਾ ਹੋਵੇ। ਮਹਾਂਪੁਰਖਾਂ ਨੇ ਉੱਥੇ ਨਿਸ਼ਾਨ ਸਾਹਿਬ ਚਲਾਇਆ ਸੀ। ਉਦੋਂ ਲਾਹੌਰ ਤੋਂ ਸਿੱਧੀ ਟ੍ਰੇਨ ਮੋਗੇ ਆਇਆ ਕਰਦੀ ਸੀ। ਤਾਂ ਰਾਤ ਜਦੋਂ ਸੰਗਤਾਂ ਉਤਰਦੀਆਂ ਸਨ, ਫਿਰ ਪਿੰਡਾਂ ਵਿੱਚ ਕੋਈ ਜਾਣ ਦੇ ਸਾਧਨ ਨਹੀਂ ਸਨ ਇੰਨੇ, ਤਾਂ ਉੱਥੇ ਫਿਰ ਕਮਰੇ ਬਣਾਏ, ਰਿਹਾਇਸ਼ ਬਣਾਈ, ਅਤੇ ਮਹਾਂਪੁਰਖ ਉੱਥੇ ਆਪ ਸੇਵਾ ਕਰਿਆ ਕਰਦੇ ਸਨ, ਉੱਥੇ ਰਿਹਾ ਕਰਦੇ ਸਨ। ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਕਿ ਮੈਂ ਇੱਕ ਵਾਰ ਗੁਰਦੁਆਰਾ ਆਨੰਦ ਭਵਨ ਮੋਗੇ ਠਹਿਰਿਆ ਹੋਇਆ ਸਾਂ। ਰਾਤ 12 ਵਜੇ ਗੱਡੀ ਆਈ, ਜਥਾ ਉਤਰਿਆ, ਮਹਾਂਪੁਰਖਾਂ ਨੇ ਆਪ ਉੱਠੇ, ਸਿੰਘਾਂ ਨੂੰ ਉਠਾਇਆ, ਪ੍ਰਸ਼ਾਦਾ ਤਿਆਰ ਕਰਕੇ ਸੇਵਾ ਕੀਤੀ ਉਹਨਾਂ ਦੀ। ਇੰਨੀ ਭਾਵਨਾ ਸੀ। ਜਿੱਥੇ ਮਹਾਂਪੁਰਖ ਵੱਡੇ ਵਿਦਵਾਨ ਸਨ, ਵੈਦਗੀ ਉੱਚ ਕੋਟੀ ਦੀ ਸੀ ਮਹਾਂਪੁਰਖਾਂ ਦੀ। ਕੱਲ੍ਹ ਵੀ ਆਪ ਜੀ ਨੇ ਸ਼ਾਮੀ ਸਰਵਣ ਕੀਤਾ ਹੈ। ਡਾਕਟਰ ਮਥਰਾ ਦਾਸ ਜੋ ਮੋਗੇ ਦਾ ਮਸ਼ਹੂਰ ਡਾਕਟਰ ਸੀ, ਜਦੋਂ ਇੱਕ ਮਰੀਜ਼ ਨੂੰ ਉਹਨਾਂ ਜਵਾਬ ਦੇ ਦਿੱਤਾ ਅਤੇ ਮਹਾਂਪੁਰਖਾਂ ਨੇ ਉਹਨੂੰ ਦਵਾਈ ਦੇ ਕੇ ਠੀਕ ਕਰ ਦਿੱਤਾ। ਉਹ ਮਹਾਂਪੁਰਖਾਂ ਕੋਲ ਆਇਆ, ਜ਼ਿਕਰ ਨਹੀਂ ਮੈਂ ਸਾਰੀ ਘਟਨਾ ਦਾ ਜ਼ਿਕਰ ਕਰਾਂ, ਸਮਾਂ ਨਹੀਂ, ਅਤੇ ਮਹਾਂਪੁਰਖਾਂ ਨੂੰ ਕਹਿੰਦਾ ਤੁਸੀਂ ਤਾਂ ਕਰਾਮਾਤ ਨਾਲ ਜਿਉਂਦਾ ਕੀਤਾ ਹੈ। ਮਹਾਂਪੁਰਖ ਕਹਿੰਦੇ ਕਰਾਮਾਤ ਗੁਰੂ ਨਾਨਕ ਦੇ ਘਰ ਦੀ ਹੈ। ਸਰਬ ਰੋਗ ਕਾ ਔਖਦ ਨਾਮ। ਲੋੜ ਪੈਣ 'ਤੇ ਆਪ ਦਵਾਈਆਂ ਵਾਲੀ ਟੋਕਰੀ ਸਿਰ ਦੇ ਉੱਤੇ ਚੁੱਕ ਲਿਆ ਕਰਦੇ ਸਨ ਔਰ ਦੁਖੀਆਂ ਰੋਗੀਆਂ ਨੂੰ ਦਵਾਈ ਦਿਆ ਕਰਦੇ ਸਨ। ਮਹਾਂਪੁਰਖਾਂ ਦਾ ਬਹੁਤ ਹੀ ਲੰਬੇਰਾ ਜੀਵਨ ਹੈ। ਇੰਨਾ ਲੰਮਾ ਜੀਵਨ ਜ਼ਿਕਰ ਨਹੀਂ ਕੀਤਾ ਜਾ ਸਕਦਾ। ਪੰਥਕ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ 26 ਮਾਰਚ 1976 ਨੂੰ ਮਹਾਂਪੁਰਖਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਸੁਸ਼ੋਭਿਤ ਕੀਤੀ ਗਈ। ਸੋ ਮਹਾਂਪੁਰਖਾਂ ਨੇ ਜਿੱਥੇ ਆਪ ਸਿਮਰਨ ਬੰਦਗੀ ਕੀਤੀ, ਬਹੁਤ ਸਾਰੇ ਵਿਦਿਆਰਥੀ ਪੜ੍ਹਾਏ, ਉਹਨਾਂ ਨੇ ਪੰਥ ਨੂੰ ਵੱਡੇ ਵਿਦਵਾਨ ਦਿੱਤੇ। ਵਿਦਿਆ ਮਾਰਤੰਡ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਵੀ ਕਥਾ ਕਰਦਿਆਂ ਹੋਇਆਂ ਸੰਤ ਗੁਲਾਬ ਸਿੰਘ ਜੀ ਦਾ ਜ਼ਿਕਰ ਕਰਦੇ ਹੈ, ਦੱਸਦੇ ਹੁੰਦੇ ਹੈ। ਸੰਤ ਗੁਲਾਬ ਸਿੰਘ ਘੋਲੀਏ ਵਾਲੇ ਜਿਹੜੇ ਗਿਆਨੀ ਰਾਮ ਸਿੰਘ ਜੀ ਤੋਂ ਪੜ੍ਹੇ, ਉਹ ਮਹਾਂਪੁਰਖ ਇਸ ਤਰ੍ਹਾਂ ਇਸ ਪੰਕਤੀ ਦਾ ਅਰਥ ਕਰਿਆ ਕਰਦੇ ਸਨ। ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿੱਡੇ ਵੱਡੇ ਉਹ ਮਹਾਂਪੁਰਖ ਸਨ। ਸਤਿਗੁਰੂ ਕਿਰਪਾ ਕਰਨ, ਅਸੀਂ ਮਹਾਂਪੁਰਖਾਂ ਦੇ ਜੀਵਨ ਤੋਂ ਸੇਧ ਲਈਏ। ਸਮਾਂ ਬਹੁਤ ਹੋ ਚੁੱਕਾ ਹੈ। ਆਪ ਸੰਗਤਾਂ ਨੇ ਇਕਾਗਰਤਾ ਬਣਾ ਕੇ ਰੱਖਣੀ। ਗੁਰੂ ਚਰਨਾਂ ਵਿੱਚ ਅਰਦਾਸ ਹੋਵੇਗੀ। ਹੁਣ ਇੱਕ ਛੋਟਾ ਜਿਹਾ ਬੱਚਾ ਹੈ, ਸਿਰਫ 2-3 ਮਿੰਟ ਉਹਨੇ ਬੋਲਣਾ ਹੈ। ਆਪ ਸਭ ਜਾਣਦੇ ਹੋ, ਸੰਤ ਗੁਲਾਬ ਸਿੰਘ ਗੁਰਮਤਿ ਵਿਦਿਆਲਾ ਇੱਥੇ ਦਾਸ ਦੇ ਪਾਸੋਂ ਵਿਦਿਆਰਥੀ ਪੜ੍ਹਦੇ ਹੈ, ਗੁਰਬਾਣੀ ਦੀ ਸੰਥਿਆ ਕਰਦੇ ਹੈ। ਉਹਨਾਂ ਦੇ ਵਿੱਚੋਂ ਇੱਕ ਬੱਚਾ ਆਪ ਜੀ ਨੂੰ 3 ਮਿੰਟ ਵਾਸਤੇ ਆਪ ਜੀ ਨੂੰ ਵਿਚਾਰਾਂ ਸਰਵਣ ਕਰਵਾਵੇਗਾ। ਉਸ ਤੋਂ ਬਾਅਦ ਫਿਰ ਆਪਾਂ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਾਂਗੇ ਅਤੇ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।